ਭਾਰਤ ਦੇ ਵਿੱਚ ਜਿਹੜੀ ਬੜੀ ਤੇਜ਼ੀ ਨਾਲ ਸਟਾਕ ਮਾਰਕੀਟ ਡਿੱਗੀ ਹੈ ਔਰ ਉਹਦਾ ਵੱਡਾ ਕਾਰਨ ਇਹ ਹੈ ਕਿ ਜਿਹੜੇ ਫੋਰਨ ਇਨਵੈਸਟਰ ਨੇ ਉਹ ਪੈਸਾ ਉੱਥੋਂ ਕੱਢ ਰਹੇ ਨੇ। US reciprocal tariffs may hit exports of India made iPhones auto parts. Apple to spend $500 million in America to support American innovation, advanced manufacturing and high-tech job creation. ਅਮਰੀਕਾ ਦੀ ਮਾਰਕੀਟ 'ਚ ਵੀ ਜਿਹੜਾ ਐਪਲ ਫੋਨ, ਆਈਫੋਨ ਔਰ ਦੂਜੇ ਆਟੋ ਪਾਰਟ ਆਉਂਦੇ ਨੇ ਉਹ ਮੇਡ ਇੰਡੀਆ 'ਚ ਨੇ। ਇਨਵੈਸਟਮੈਂਟ ਉੱਥੇ ਹੈ ਕਿਉਂਕਿ ਅਮਰੀਕਾ ਦੇ ਜਦੋਂ ਆਉਂਦੇ ਨੇ ਤਾਂ ਕੋਈ ਟੈਰਿਫ ਨਹੀਂ ਹੈ, ਕੋਈ ਟੈਕਸ ਨਹੀਂ ਹੈ। ਜੇ ਨਵਾਂ US ਐਡਮਿਨਿਸਟ੍ਰੇਸ਼ਨ ਟਰੰਪ ਦੇ ਥੱਲੇ 16.5% ਡਿਊਟੀ ਇਹਨਾਂ ਦੇ ਉੱਤੇ ਲਾ ਦਿੰਦਾ ਹੈ ਤਾਂ ਫਿਰ ਇਹ ਬਹੁਤ ਐਕਸਪੈਂਸਿਵ ਹੋ ਜਾਣਗੇ ਔਰ ਨਤੀਜੇ ਦੇ ਤੌਰ 'ਤੇ ਜਿਹੜਾ ਉੱਥੋਂ ਉਹਨਾਂ ਨੂੰ ਆਪਣਾ ਬੋਰੀਆ ਬਿਸਤਰਾ ਸਮੇਟਣਾ ਪਏਗਾ। ਦਰਸ਼ਕੋ, ਬ੍ਰੇਕ ਤੋਂ ਬਾਅਦ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ। ਸੋ ਗੱਲਬਾਤ ਕਰਨ ਜਾ ਰਹੇ ਹਾਂ ਵਿਊਅਰਸ। ਮੀਡੀਆ ਰਿਪੋਰਟਾਂ ਅਨੁਸਾਰ ਭਾਰਤ ਦੀ ਜਿਹੜੀ ਸਟਾਕ ਮਾਰਕੀਟ ਬਹੁਤ ਬੁਰੀ ਤਰ੍ਹਾਂ ਕ੍ਰੈਸ਼ ਕਰ ਰਹੀ ਹੈ ਔਰ ਬਾਹਰਲੇ ਇਨਵੈਸਟਰਸ ਵੱਲੋਂ ਭਾਰਤ 'ਚੋਂ ਪੈਸਾ ਜਿਹੜਾ ਉਹ ਬਾਹਰ ਕੱਢਿਆ ਜਾ ਰਿਹਾ ਹੈ ਔਰ ਐਪਲ ਕੰਪਨੀ ਨੇ ਅਮਰੀਕਾ ਵਿੱਚ $500 ਬਿਲੀਅਨ ਇਨਵੈਸਟ ਕਰਨ ਦਾ ਐਲਾਨ ਕੀਤਾ ਹੈ ਔਰ ਇਸ ਗੱਲ ਦੀਆਂ ਸੰਭਾਵਨਾਵਾਂ ਹਨ ਕਿ ਐਪਲ ਭਾਰਤ 'ਚੋਂ ਆਪਣਾ ਬੋਰੀਆ ਬਿਸਤਰਾ ਚੱਕ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅੱਜ ਬਹੁਤ ਸਾਰੇ ਭਾਰਤ ਦੇ ਯੂਟਿਊਬਰ ਜਿਹੜੇ ਪੈਟਰੀਓਟਿਕ ਨੇ, ਇੰਡੀਅਨ ਨੈਸ਼ਨਲਿਸਟ ਨੇ, ਹਿੰਦੂ ਤੋਂ ਵੀ ਨਹੀਂ ਨੇ, ਉਹਨਾਂ ਦੇ ਪ੍ਰੋਗਰਾਮ ਹੀ ਇਸ 'ਤੇ ਬੇਸ ਸੀ ਕਿ ਭਾਰਤ ਦੇ ਵਿੱਚ ਜਿਹੜੀ ਬੜੀ ਤੇਜ਼ੀ ਨਾਲ ਸਟਾਕ ਮਾਰਕੀਟ ਡਿੱਗੀ ਹੈ। ਪਿਛਲੇ 28 ਸਾਲਾਂ ਦੇ ਵਿੱਚ ਇੰਨਾ ਰੈਗੂਲਰ ਐਵਰੀਡੇ ਜਿਹੜਾ ਵਰਤਾਰਾ ਚੱਲ ਰਿਹਾ ਔਰ ਉਹਦਾ ਵੱਡਾ ਕਾਰਨ ਇਹ ਹੈ ਕਿ ਜਿਹੜੇ ਫੋਰਨ ਇਨਵੈਸਟਰ ਨੇ ਉਹ ਪੈਸਾ ਉੱਥੋਂ ਕੱਢ ਰਹੇ ਨੇ। ਉਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਇਹ ਪ੍ਰੋਫਿਟੇਬਲ ਨਹੀਂ ਹੈ ਔਰ ਕਿਉਂਕਿ ਟੈਰਿਫਸ ਦੀ ਤਲਵਾਰ ਵੀ ਸਿਰ ਦੇ ਉੱਤੇ ਲਟਕ ਰਹੀ ਹੈ। ਜਿਹੜਾ ਪ੍ਰੈਜ਼ੀਡੈਂਟ ਟਰੰਪ ਬਾਰ-ਬਾਰ ਕਹਿ ਰਿਹਾ ਕਿ ਵੀ ਇਨ ਕਾਈਂਡ ਜੋ ਤੁਸੀਂ ਲਾਓਗੇ ਉਹੀ ਅਸੀਂ ਲਾਵਾਂਗੇ। ਹੁਣ ਜੇ ਇਹਦੇ ਉੱਤੇ ਈਵਨ ਅੱਜ ਇਹਨਾਂ ਦੀ ਟਾਈਮਜ਼ ਆਫ ਇੰਡੀਆ ਦੀ ਇੱਕ ਸਟੋਰੀ ਹੈ ਜਿਸ 'ਚ ਉਹਨਾਂ ਨੇ ਡੀਟੇਲ 'ਚ ਕਿਹਾ ਕਿ ਵੀ US ਰੈਸੀਪ੍ਰੋਕਲ ਟੈਰਿਫਸ ਮੇ ਹਿਟ ਐਕਸਪੋਰਟਸ ਆਫ ਇੰਡੀਆ ਮੇਡ ਆਈਫੋਨਸ ਆਟੋ ਪਾਰਟਸ। ਹੁਣ ਜਿਹੜੀ ਇਸ ਵੇਲੇ ਭਾਰਤ ਤੋਂ ਅਮਰੀਕਾ ਨੂੰ ਜਿਹੜੀਆਂ ਚੀਜ਼ਾਂ ਸ਼ਿਪ ਹੁੰਦੀਆਂ, ਕਿਉਂਕਿ ਅਮਰੀਕਾ ਦੇ ਵਿੱਚ ਉਹਦੇ 'ਤੇ ਜ਼ੀਰੋ ਟੈਕਸ ਹੈ, ਸੋ ਇਹੀ ਕਾਰਨ ਹੈ ਕਿ ਈਵਨ ਐਪਲ ਜਿਹਦਾ ਵੱਡਾ ਪਲਾਂਟ ਭਾਰਤ ਦੇ ਵਿੱਚ ਲੱਗਾ ਹੋਇਆ ਹੈ ਉਹ $8.9 ਬਿਲੀਅਨ ਦਾ ਉਹਨਾਂ ਨੇ 2024-25 ਦੇ ਵਿੱਚ ਆਪਣੀਆਂ ਸ਼ਿਪਮੈਂਟਸ ਅਮਰੀਕਾ 'ਚ ਭੇਜੀਆਂ, ਆਲਮੋਸਟ $9 ਬਿਲੀਅਨ। ਇਸੇ ਤਰ੍ਹਾਂ ਜਿਹੜਾ ਉਹ ਇੰਡੀਅਨ ਫੈਕਟਰੀਜ਼ 'ਚੋਂ ਹੀ ਆਪਣੀ ਪ੍ਰੋਡਕਸ਼ਨ ਕਰਦੇ ਨੇ। ਜਿਹੜੀ ਅਮਰੀਕਾ ਦੀ ਮਾਰਕੀਟ 'ਚ ਵੀ ਜਿਹੜਾ ਐਪਲ ਫੋਨ, ਆਈਫੋਨ ਔਰ ਦੂਜੇ ਆਟੋ ਪਾਰਟ ਆਉਂਦੇ ਨੇ ਉਹ ਮੇਡ ਇੰਡੀਆ 'ਚ ਨੇ। ਇਨਵੈਸਟਮੈਂਟ ਉੱਥੇ ਹੈ ਕਿਉਂਕਿ ਅਮਰੀਕਾ ਦੇ ਜਦੋਂ ਆਉਂਦੇ ਨੇ ਤਾਂ ਕੋਈ ਟੈਰਿਫ ਨਹੀਂ ਹੈ, ਕੋਈ ਟੈਕਸ ਨਹੀਂ ਹੈ। ਇਸੇ ਤਰ੍ਹਾਂ ਸੈਮਸੰਗ ਔਰ ਜਿਹੜਾ ਮੋਟਰੋਲਾ ਹੈ ਉਹ ਵੀ ਇੰਡੀਆ ਮੇਡ ਡਿਵਾਈਸਿਸ ਹੀ ਅਮਰੀਕਾ 'ਚ ਭੇਜਦੇ ਨੇ। ਈਵਨ ਸੈਮਸੰਗ ਔਰ ਮੋਟਰੋਲਾ ਦੀ ਜਿਹੜੀ ਮਾਰਕੀਟ ਵੀ ਹੈ ਉਹ ਮੇਡ ਇਨ ਇੰਡੀਆ ਹੈ। ਸਾਰੀ ਬਿਜ਼ਨਸ ਜਿਹੜੀ ਹੈ ਉਹ ਸਮਾਰਟਫੋਨਸ ਦੀ ਉਹ ਡਿਸਰਪਟ ਹੋ ਜਾਏਗੀ ਜਦੋਂ ਪੈਰਲਲ ਟੈਰਿਫਸ ਲੱਗਣਗੇ। ਹੁਣ ਪੈਰਲਲ ਕੀ ਹੈ ਕਿ ਜਿਹੜੀ ਆਟੋ ਕੰਪੋਨੈਂਟ ਦੀ ਐਕਸਪੋਰਟ ਹੈ US ਨੂੰ ਉਹ $7 ਬਿਲੀਅਨ ਦੀ ਹੈ ਇਹ ਪਿਛਲੇ ਫਾਈਨੈਂਸ਼ੀਅਲ ਈਅਰ 'ਚ, ਕੋਈ ਹਵਾਈ ਅੰਕੜੇ ਨਹੀਂ ਨੇ। ਆਲਮੋਸਟ $8.9 ਬਿਲੀਅਨ ਦੀ ਐਪਲ ਸ਼ਿਪਮੈਂਟਸ ਹੋਈਆਂ, ਆਲਮੋਸਟ $9 ਬਿਲੀਅਨ। $7 ਬਿਲੀਅਨ ਦੀ ਆਟੋ ਕੰਪੋਨੈਂਟ, $16 ਬਿਲੀਅਨ। ਔਰ ਇਹ ਜਿਹੜਾ ਸੇਵਿੰਗ ਗ੍ਰੇਸ ਇਹ ਹੈ ਕਿ ਜੇ 7 ਬਿਲੀਅਨ ਤੋਂ ਜੇ ਤੁਸੀਂ ਅੱਗੇ ਤੱਕ ਜਾਣਾ ਤੇ ਫਿਰ ਉਹਦੇ 'ਤੇ ਜੇ ਟੈਰਿਫ ਲੱਗ ਜਾਂਦੀ ਹੈ ਅਤੇ ਇਹ ਐਪਲ ਨੂੰ ਆਪਣਾ ਉੱਥੋਂ ਸਮੇਟਣਾ ਪਏਗਾ। ਫਿਰ ਉਹ ਅਫੋਰਡ ਨਹੀਂ ਕਰ ਸਕਦੇ ਕਿਉਂਕਿ ਅਮਰੀਕਨ ਮਾਰਕੀਟ ਦੇ ਵਿੱਚ ਤੁਸੀਂ ਕੰਪੀਟ ਨਹੀਂ ਕਰ ਸਕਦੇ, ਉਹ ਬਹੁਤ ਮਹਿੰਗਾ ਹੋਏਗਾ। ਔਰ ਇਹ ਉਹਨਾਂ ਦੀ ਟਾਈਮਜ਼ ਆਫ ਇੰਡੀਆ ਦੀ ਸਟੋਰੀ ਇਹ ਹੈ ਕਿ ਇਹ ਸਾਰੇ ਦੇ ਵਿੱਚ ਸਭ ਤੋਂ ਜਿਹੜਾ ਲੂਜ਼ਰ ਵੱਡਾ ਹੋ ਸਕਦਾ ਹੈ ਐਪਲ ਹੋ ਸਕਦਾ ਹੈ। ਟਰੰਪ ਐਡਮਿਨਿਸਟ੍ਰੇਸ਼ਨ ਦੇ ਫੈਸਲੇ ਜਿਹਦੇ 'ਚ ਕਿ ਰੈਸੀਪ੍ਰੋਕਲ ਉਹ ਲਾਏਗਾ ਕਿਉਂਕਿ ਇਲੈਕਟ੍ਰੋਨਿਕਸ ਔਰ ਸਮਾਰਟਫੋਨਸ ਇੰਡੀਆ ਤੋਂ ਹੀ ਐਪਲ ਬਣਾ ਕੇ ਅਮਰੀਕਾ ਦੀ ਮਾਰਕੀਟ ਦੇ ਵਿੱਚ ਲਿਆਂਦਾ ਔਰ ਇਹ ਇਸੇ ਤਰ੍ਹਾਂ ਜਿਹੜੇ ਆਟੋ ਕੰਪੋਨੈਂਟ ਮੇਕਰ ਨੇ ਉਹਨਾਂ ਦੇ ਲਈ ਵੀ ਸਿਚੁਏਸ਼ਨ ਬੜੀ ਗਰੇਵ ਹੈ ਕਿਉਂਕਿ $7 ਬਿਲੀਅਨ ਦਾ
ਇਹ ਜਿਹੜਾ ਆਟੋ ਕੰਪੋਨੈਂਟਸ ਦੀ ਮਾਰਕੀਟ ਹੈ ਅਮਰੀਕਾ ਦੇ ਵਿੱਚ, ਔਰ ਜੇ ਇਹਦੇ ਉੱਤੇ ਵੀ ਜੇ ਟੈਰਿਫ ਲੱਗਦਾ ਹੈ ਤੇ ਇਹ ਬਿਜ਼ਨਸ ਵੀ ਜਿਹੜੀ ਹੈ ਉੜ ਜਾਂਦੀ ਹੈ। ਔਰ ਇਹ ਐਪਲ ਮੌਜੂਦਾ ਦੌਰ ਦੇ ਵਿੱਚ ਵਨ ਆਫ ਦਾ ਬਿਗੇਸਟ ਐਕਸਪੋਰਟਰਸ ਹੈ ਇਲੈਕਟ੍ਰੋਨਿਕ ਗੁੱਡਸ ਦਾ ਇੰਡੀਆ ਤੋਂ। ਇਹ ਆਈਫੋਨ ਸ਼ਿਪ ਕਰਦਾ ਗਲੋਬਲ ਮਾਰਕੀਟ 'ਚ, ਜਿਹੜੇ ਬਹੁਤ ਸਾਰੇ ਚਾਈਨਾ ਵੀ ਜਾਂਦੇ ਨੇ। ਔਰ ਇਹ ਜਿਹੜੀ ਸ਼ਿਪਮੈਂਟ ਹੈ ਇਹ ਆਲਮੋਸਟ 8 ਤੋਂ 9 ਬਿਲੀਅਨ ਡਾਲਰ ਦਾ ਫਾਈਨੈਂਸ਼ੀਅਲ ਈਅਰ ਦਾ ਐਪਲ ਦਾ ਕੰਮ ਹੈ ਜੋ ਉੱਥੋਂ ਕਰਦੇ ਨੇ। ਪਰ ਜੇ ਨਵਾਂ US ਐਡਮਿਨਿਸਟ੍ਰੇਸ਼ਨ ਟਰੰਪ ਦੇ ਥੱਲੇ 16.5% ਡਿਊਟੀ ਇਹਨਾਂ ਦੇ ਉੱਤੇ ਲਾ ਦਿੰਦਾ ਹੈ ਤੇ ਫਿਰ ਇਹ ਬਹੁਤ ਐਕਸਪੈਂਸਿਵ ਹੋ ਜਾਣਗੇ, ਔਰ ਨਤੀਜੇ ਦੇ ਤੌਰ ਤੇ ਜਿਹੜਾ ਹੈ ਉੱਥੋਂ ਉਹਨਾਂ ਨੂੰ ਆਪਣਾ ਬੋਰੀਆ ਬਿਸਤਰਾ ਸਮੇਟਣਾ ਪਏਗਾ। ਔਰ ਸ਼ਾਇਦ ਇਹਦੇ ਹੀ ਪਹਿਲੇ ਸਟੈਪ ਦੇ ਤੌਰ ਤੇ ਇੱਕ ਵੱਡੀ ਖਬਰ ਜਿਹੜੀ ਅੱਜ ਸਾਰੇ ਮੀਡੀਆ 'ਚ ਹੈ ਕਿ ਐਪਲ ਦਾ ਜਿਹੜਾ ਟਿਮ ਕੁੱਕ ਉਹ ਅੱਜ ਟਰੰਪ ਨੂੰ ਮਿਲਿਆ, ਔਰ ਇਹ ਹੈਡਲਾਈਨ ਹੈ ਐਪਲ ਟੂ ਸਪੈਂਡ $500 ਮਿਲੀਅਨ ਇਨ ਅਮਰੀਕਾ। ਉਹਨਾਂ ਨੇ ਕਿਹਾ ਕਿ ਜੀ ਅਸੀਂ ਅਮਰੀਕਨ ਕੰਪਨੀ ਹੈ, ਸਾਨੂੰ ਫਖਰ ਹੈ, ਔਰ ਅਸੀਂ ਇਹ ਜਿਹੜਾ ਐਲਾਨ ਕਰ ਰਹੇ ਹਾਂ ਬੜੇ ਫਖਰ ਦੇ ਨਾਲ, ਟੁਡੇ ਵੀ ਆਰ ਅਨਾਊਂਸਿੰਗ $500 ਬਿਲੀਅਨ ਕਮਿਟਮੈਂਟ ਟੂ ਸਪੋਰਟ ਅਮਰੀਕਨ ਇਨੋਵੇਸ਼ਨ, ਐਡਵਾਂਸ ਮੈਨੂਫੈਕਚਰਿੰਗ ਐਂਡ ਹਾਈ ਟੈਕ ਜੌਬ ਕ੍ਰੀਏਸ਼ਨ। ਹੁਣ ਜੇ $500 ਬਿਲੀਅਨ ਅਮਰੀਕਾ ਦੇ ਵਿੱਚ, ਹੁਣ ਤੱਕ ਤਾਂ ਉਹ ਚੀਪ ਉੱਥੋਂ ਪ੍ਰੋਡਿਊਸ ਹੋ ਰਿਹਾ ਹੈ, 7 ਬਿਲੀਅਨ ਉਹ ਹੈ ਦੂਜਾ ਹੈ। ਇਹਦਾ ਮਤਲਬ ਇਹ ਹੈ ਕਿ ਵੀ ਇਹ ਔਰ ਇਹ ਐਵੇਂ ਨਹੀਂ ਉਹ ਸ਼ੇਅਰ ਮਾਰਕੀਟ ਹਿੱਲ ਰਹੀ ਜਾਂ ਦੂਜਾ ਹੋ ਰਿਹਾ। ਉਹਨਾਂ ਨੂੰ ਜੇ ਐਪਲ ਉੱਥੋਂ ਮੂਵ ਕਰਦਾ, ਹਜ਼ਾਰਾਂ ਜੌਬ ਉੱਥੇ ਕ੍ਰੀਏਟ ਕੀਤੇ ਨੇ ਐਪਲ ਨੇ, ਕਿਉਂਕਿ ਉਹਨਾਂ ਦੀ ਚਾਈਨਾ ਦੀ ਮਾਰਕੀਟ 'ਚ ਵੀ ਐਪਲ ਫੋਨਸ ਆਈਫੋਨ ਜਿਹੜੇ ਨੇ ਉੱਥੋਂ ਜਾਂਦੇ ਨੇ, ਇਹ ਵੀ ਦੂਜੇ ਜਾਂਦੇ ਨੇ। ਫਿਰ ਇਕੱਲਾ ਇਹ ਨਹੀਂ ਹੈ, ਯੂਰਪੀਅਨ ਯੂਨੀਅਨ ਵਾਲਿਆਂ ਨੇ ਵੀ, ਕਿਉਂਕਿ ਪਹਿਲਾਂ ਤਾਂ ਰਸ਼ੀਆ ਨਾਲ ਇਹਨਾਂ ਨੇ ਸਮਝਿਆ ਜੀ ਅਸੀਂ ਕਰਾਂਗੇ, ਹੁਣ ਉਹਨਾਂ ਨੇ ਅਮਰੀਕਾ ਵੈਦਰ ਖਲੋਂਦਾ ਨਾਲ ਕਿ ਨਹੀਂ, ਲੇਕਿਨ ਨੈਟੋ ਵਾਲਿਆਂ ਨੇ ਰੂਸ ਦਾ ਕਾਫੀਆ ਜਿਹੜਾ ਉਹ ਤੰਗ ਰੱਖਣਾ ਹੈ। ਇੰਡੀਅਨ ਕੰਪਨੀਜ਼ ਐਡਿਡ ਟੂ ਲਿਸਟ ਐਜ਼ UK ਯੂਰਪੀਅਨ ਯੂਨੀਅਨ ਅਨਾਊਂਸ ਨਿਊ ਰਸ਼ੀਆ ਰਿਲੇਟਡ ਸੈਂਕਸ਼ਨਸ, ਕਿ ਉਹਨਾਂ ਨੇ ਅੱਜ ਰੂਸ ਦੇ ਉੱਤੇ ਨਵੀਆਂ ਆਰਥਿਕ ਪਾਬੰਦੀਆਂ ਲਾਈਆਂ ਨੇ UK ਔਰ ਯੂਰਪੀਅਨ ਯੂਨੀਅਨ ਨੇ। ਔਰ ਇਸ ਦੇ ਵਿੱਚ ਜਿਹੜੀਆਂ ਨੇ 83 ਨਵੀਆਂ ਇੰਡੀਵਿਜੂਅਲ ਲਿਸਟਿੰਗਸ ਨੇ, 48 ਬੰਦੇ ਨੇ, 35 ਐਂਟੀਟੀਜ਼ ਨੇ ਜਿਨ੍ਹਾਂ ਦੇ ਉੱਤੇ ਪਾਬੰਦੀਆਂ ਫਰਦਰ ਲਾਈਆਂ ਗਈਆਂ। ਉਹਨਾਂ ਦੇ ਵਿੱਚ ਬਹੁਤ ਸਾਰੇ ਭਾਰਤੀ ਕੰਪਨੀਆਂ ਔਰ ਭਾਰਤੀ ਇੰਡੀਵਿਜੂਅਲ ਵੀ ਨੇ। ਔਰ ਇਹ ਇੱਕ ਪਾਸੇ ਤਾਂ ਇਹਨਾਂ ਦਾ ਰੈਪੂਟੇਸ਼ਨ ਟੂ ਦਾ ਜ਼ਿਲਚ ਹੋਇਆ ਹੋਇਆ, ਦੂਸਰੇ ਪਾਸੇ ਜਦੋਂ ਇਹ ਆਪਣੇ ਆਪ ਨੂੰ ਡੈਮੋਕ੍ਰੇਸੀ ਤੇ ਆਜ਼ਾਦੀ ਦਾ ਪ੍ਰਗਟਾਵਾ ਤੇ ਫਲਾਣਾ ਕਹਿੰਦੇ ਨੇ, ਉਹ ਜਦੋਂ ਕੋਈ ਵੀ ਇੰਟਰਨੈਸ਼ਨਲ ਨਿਊਜ਼ ਬਣਦੀ ਆ ਉਹ ਵੀ ਇਹਨਾਂ ਦਾ ਜਲੂਸ ਨਿਕਲ ਜਾਂਦਾ ਹੈ। ਹੁਣ ਇਹ ਇਹਨਾਂ ਦੀ ਇੰਟਰਨੈਸ਼ਨਲ ਨਿਊਜ਼ ਹੈ ਕਿ ਨੰਬਰ ਆਫ ਇੰਟਰਨੈਟ ਸ਼ਟਡਾਊਨਸ ਹਾਈਐਸਟ ਇਨ 2024 ਗਲੋਬਲੀ, ਇੰਡੀਆ ਟੌਪਸ ਇਨ ਗਵਰਨਮੈਂਟ ਆਰਡਰਡ ਕਰਬਸ, ਕਿ 2024 ਦੇ ਵਿੱਚ 296 ਵਾਰ ਇੰਡੀਆ ਦੇ ਵਿੱਚ ਇੰਟਰਨੈਟ ਸ਼ਟਡਾਊਨ ਹੋਇਆ। ਔਰ ਇਹ ਜਿਹੜਾ ਇੰਡੀਆ ਦਾ 84 ਕਰਬ ਜਿਹੜੇ ਨੇ, ਆਲਮੋਸਟ 28% ਜਿਹੜੇ ਦੁਨੀਆ 'ਚ ਇੰਟਰਨੈਟ ਕਰਬ ਹੋਏ ਨੇ ਜਾਂ ਪਾਬੰਦੀ ਲੱਗੀ ਹੈ ਜੀ ਇੰਟਰਨੈਟ ਕੰਮ ਨਹੀਂ ਕਰੇਗਾ, ਉਹਦਾ 28% ਇੰਡੀਆ ਨੇ ਕੀਤਾ। ਔਰ ਉਹਨਾਂ ਨੇ ਜਿਹੜਾ ਮਿਆਂਮਾਰ ਔਰ ਦੂਸਰਿਆਂ ਦੇ ਨਾਲ ਇੰਡੀਆ ਦਾ ਕੰਪੈਰੀਜ਼ਨ ਹੋ ਰਿਹਾ ਕਿ ਭਾਈ ਇੰਡੀਆ ਨੇ ਇੰਟਰਨੈਟ ਸ਼ਟ ਡਾਊਨ 60 ਟਾਈਮਸ ਇਨ 2024, ਇਹ 60 ਵਾਰ ਇਸ ਦੇ ਉੱਤੇ ਪਾਬੰਦੀ ਲੱਗੀ ਹੈ। ਔਰ ਇਹ ਗਲੋਬਲੀ ਫਿਰ ਇਹਦੀ ਡੀਟੇਲ ਹੈ। ਔਰ ਇਹ ਸਾਰਾ ਆਪਣੇ ਆਪ ਦੇ ਵਿੱਚ ਇੱਕ ਪਾਸੇ ਇਹ ਚੱਲ ਰਿਹਾ ਹੈ, ਦੂਸਰੇ ਪਾਸੇ ਫਰੀडम ਆਫ ਐਕਸਪ੍ਰੈਸ਼ਨ ਦਾ ਹਾਲ ਇਹ ਹੈ ਕਿ ਮਹਾਕੁੰਭ ਦੇ ਦੌਰਾਨ ਸਟੈਂਪੀਡ ਪਹਿਲਾਂ ਤਾਂ 3 ਥਾਵਾਂ ਤੇ ਉੱਥੇ ਹੀ ਹੋਈ, ਹਜ਼ਾਰਾਂ ਲੋਕ ਮਰੇ। ਇਹਨਾਂ ਨੇ ਫਿਗਰ 30 ਬੱਤੀਆਂ ਤੇ ਰੱਖੀ, ਔਰ ਇੱਕ ਜਿਹੜਾ ਡਰਟੀ ਲਾਂਡਰੀ ਕਿ ਕਿਹਦੇ ਥੱਲੇ ਇੱਕ ਉਹਨਾਂ ਨੇ ਤਾਂ ਖੁਦ ਜਾ ਕੇ ਇੱਕੋ ਹੀ ਜਿਹੜੀ ਜਿੱਥੇ ਮੁਰਦੇ ਰੱਖੇ ਜਾਂਦੇ ਨੇ ਉੱਥੇ ਜਾ ਕੇ 70 ਲਾਸ਼ਾਂ ਕਾਊਂਟ ਕੀਤੀਆਂ। ਫਿਰ ਆਇਆ ਹੁਣ ਕਿ ਜੀ ਕਮਿਸ਼ਨ ਬਿਠਾਤਾ ਅਸੀਂ ਜਿਹੜਾ ਦੇਖੇਗਾ ਕਿ ਕੀ। ਫਿਰ ਦਿੱਲੀ ਰੇਲਵੇ ਸਟੇਸ਼ਨ ਤੇ ਸਟੈਂਪੀਡ ਹੋਈ, ਉਹਦੇ 'ਚ ਵੀ ਉਹਨਾਂ ਨੇ ਕਿਹਾ ਵੀ ਬਜਾਏ ਕਿ ਜਿਹੜੇ ਮਰੇ ਪਏ ਨੇ ਜਾਂ ਜ਼ਖਮੀ ਨੇ ਉਹਨਾਂ ਨੂੰ ਰਾਹਤ ਪਹੁੰਚਾਉਣ ਦੇ, ਜ਼ੋਰ ਉਹਨਾਂ ਦਾ ਇਹ ਲੱਗਾ ਹੋਇਆ ਸੀ ਵੀ ਮੀਡੀਆ ਨੂੰ ਬਾਹਰ ਕੱਢੋ ਤਾਂ ਕਿ ਸੱਚ ਬਾਹਰ ਨਾ ਆਏ। ਹੁਣ ਜੋ ਮਹਾਕੁੰਭ 'ਚ ਪ੍ਰਯਾਗਰਾਜ 'ਚ ਹੋਇਆ ਜਾਂ ਦੂਜਾ, ਉਦੋਂ ਜਿਹੜਾ ਨੇ ਥੋੜ੍ਹੀ ਬਹੁਤ ਇੰਡੀਪੈਂਡੈਂਟ ਜਿਹੜੀ ਹੈ ਉਹ ਇਨਵੈਸਟੀਗੇਟਿਵ ਜਰਨਲਿਜ਼ਮ ਕੀਤਾ, ਉਹਨਾਂ ਨੇ ਰਿਪੋਰਟਾਂ ਕੱਢਤੀਆਂ ਵੀ ਕਿੱਥੇ ਕਿੱਥੇ ਕੀ ਹੋਇਆ। ਹੁਣ ਖਬਰ ਇਹ ਹੈ ਮਹਾਕੁੰਭ 13 FIRs ਰਜਿਸਟਰਡ ਅਗੇਂਸਟ 140 social media handles for misleading content।
ਹੁਣ ਸੋਸ਼ਲ ਮੀਡੀਆ 'ਚ 140 ਯੂਟਿਊਬਰ ਜਾਂ ਵੈਬਸਾਈਟਸ ਨੇ ਜਿਨ੍ਹਾਂ ਨੇ ਇਨਵੈਸਟੀਗੇਟਿਵ ਰਿਪੋਰਟ, ਉਹਨਾਂ ਨੇ ਉਹ ਜਿਹੜਾ ਉਹਨਾਂ ਦਾ ਇੰਸਪੈਕਟਰ ਜਨਰਲ ਪੁਲਿਸ ਹੈ ਯੂਪੀ ਦਾ, ਉਹਨੇ ਕਿਹਾ ਜੀ ਇਹ ਅਸੀਂ 140 ਇਸ ਕਿਸਮ ਦੇ ਜਿਹੜੇ ਸੋਸ਼ਲ ਮੀਡੀਆ ਹੈਂਡਲਰ ਨੇ ਉਹਨਾਂ ਦੇ ਖਿਲਾਫ FIR ਰਜਿਸਟਰ ਕਰ ਰਹੇ ਹਨ ਕਿ ਉਹਨਾਂ ਨੇ ਜਿਹੜਾ ਉਹ ਮਿਸ ਇਨਫੋਰਮੇਸ਼ਨ ਦਿੱਤੀ। ਇਹ ਭਾਰਤ ਦਾ ਹਾਲ ਹੈ, ਇਹ ਡੈਮੋਕ੍ਰੇਸੀ ਤੇ ਇਹ ਮਹਾ ਵਿਸ਼ਵ ਗੁਰੂ ਔਰ ਫਲਾਣਾ ਢਿਮਕਾ, ਸੋ ਇਹਨਾਂ ਦਾ ਜਿਹੜਾ ਪਾਜ ਮਲਮਾ ਉਹ ਲੈ ਰਿਹਾ ਹੌਲੀ ਹੌਲੀ ਹੌਲੀ। ਸੱਚਮੁੱਚ ਇੱਕ ਰੋਗ ਸਟੇਟ ਦੇ ਤੌਰ ਤੇ ਭਾਰਤ ਜਿਹੜਾ ਦੁਨੀਆ ਦੇ ਸਾਹਮਣੇ ਨੰਗਾ ਹੋ ਰਿਹਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥਲੇ ਨੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।